ਇਹ ਜੀ ਹੁਣ ਆੜਤੀਆਂ ਉੜਤੀਆਂ ਦਾ ਸਾਰਾ ਪ੍ਰੋਗਰਾਮ ਬੰਦ ਹੋ ਗਿਆ। ਲੋਕੀ ਮਾਮਲੇ ਪਟਾਈਆਂ ਦੇ ਪੈਲੀ ਕਿਵੇਂ ਲੈਣਗੇ? ਆੜਤੀਆਂ ਤੋਂ ਜਾ ਕੇ ਪੈਸੇ ਲੈ ਲੈਂਦੇ ਸੀਗੇ, ਬੈਂਕਾਂ ਤੋਂ ਕੀ ਕਰਨਗੇ? ਉਹ ਕਰਜ਼ਾ ਵੱਧ ਤੋਂ ਵੱਧ ਸਿਰਾ, ਕਿਸੇ ਦਾ ਕੁੜੀ ਦਾ ਵਿਆਹ ਕਰਨ ਵਾਲਾ, ਕਿਸੇ ਦਾ ਮੁੰਡੇ ਦਾ ਵਿਆਹ ਕਰਨ ਵਾਲਾ। ਅਕਾਲੀ ਵੀ ਸਿਆਸਤ ਕਰੀ ਜਾਂਦੇ ਆ, ਕਾਂਗਰਸ ਵੀ ਕਰੀ ਜਾਂਦੀ ਹੈ। ਨਵੀਂ ਕੋਈ ਸਰਕਾਰ ਆਵੇ ਉਹ ਕੁਛ ਕਰ ਸਕਦੀ ਆ, ਇਹਨਾਂ ਦਾ ਤਾਂ ਫੁੱਦੂ ਕੰਮ ਆ। ਬਹੁਤ ਹੱਕ ਚਾਹੀਦੀ, ਬਿਜਲੀ ਦੇ ਬਿੱਲ ਆਉਣ ਲੱਗ ਜਾਣੇ ਚਾਹੁੰਗੇ ਉਹਨਾਂ ਨੂੰ। ਪਹਿਲਾਂ ਤਾਂ ਘਰ ਦੇ ਬਿੱਲ ਤਾਂ ਦੇ ਨਹੀਂ ਹੋਏ ਇਹਨਾਂ ਤੋਂ, ਮੋਟਰਾਂ ਦੇ ਬਿੱਲ ਕਿੱਥੋਂ ਦੇਣਗੇ? ਹੁਣ ਇਹਦੇ ਵਿੱਚ ਤਾਂ ਸਾਡੇ ਹੁਣ ਜੱਟਾਂ ਦੀ ਤਾਂ ਕੋਈ ਬਸ ਦੀ ਗੱਲ ਨਹੀਂ ਹੈ। ਇਹ ਤਾਂ ਰਾਜਨੀਤੀ ਕੀਤੀ, ਉਹ ਰਜਵਾੜਿਆਂ ਦੀ ਧੀ ਆ, ਉਹਦਾ ਕਿਸਾਨਾਂ ਨਾਲ ਕੀ ਮਸਲਾ? ਦੇਖੋ ਜੀ, ਜੱਟ ਦਾ ਰੋਲ ਰਿਹਾ। ਜਿਹੜੇ ਗੀਤਕਾਰ ਜਾਂ ਹੋਰ ਆ ਰਹੇ ਆ ਕਿ ਐਕਟਰ ਵੀ ਆਏ ਆ, ਉਹ ਸਿਰਫ ਟਿਕਟ ਨੂੰ ਫਿਰ ਰਹੇ ਆ ਵੀ ਸਾਨੂੰ ਕੁਰਸੀ ਦਾ ਕੋਈ ਨਾ ਕੋਈ ਲਾਭ ਮਿਲੇ। ਸਭ ਅੱਗੇ ਦੇਖ ਲਓ, ਜਿੰਨੇ ਵੀ ਹੋਏ ਐਕਟਰ ਆ ਜਾਂ ਹੋਰ ਆ ਤੁਸੀਂ ਇਹ ਤਾਂ ਆਪਣੇ ਸੰਨੀ ਦਿਓਲ ਹੀ ਦੇਖ ਲਓ, ਇੱਥੋਂ ਜਿੱਤ ਕੇ ਗਿਆ, ਕਿਤੇ ਉਹਨੇ ਪਤਾ ਕੀਤਾ? ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਪੰਜਾਬ ਦਾ ਕਿਸਾਨ ਸੜਕਾਂ ਦੇ ਉੱਤੇ ਹੈ, ਰੇਲਾਂ ਰੋਕੀਆਂ ਗਈਆਂ ਨੇ, ਸ਼ੰਭੂ ਬਾਰਡਰ ਦੇ ਉੱਤੇ ਜਦੋਜਹਿਦ ਕੀਤੀ ਗਈ ਹੈ, ਪੁਲਿਸ ਦੇ ਨਾਲ ਝੜਪਾਂ ਹੋਈਆਂ ਨੇ। ਕਾਰਨ ਕੇਂਦਰ ਸਰਕਾਰ ਦੇ ਵੱਲੋਂ 3 ਬਿੱਲ ਪਾਸ ਕੀਤੇ ਗਏ ਨੇ, ਜਿਨ੍ਹਾਂ ਨੂੰ ਕਿਸਾਨ ਵਿਰੋਧੀ ਦੱਸ ਰਹੇ ਨੇ। ਹਰ ਵਰਗ, ਹਰ ਸਮਾਜ ਸੇਵੀ ਸੰਸਥਾ ਤੋਂ ਲੈ ਕੇ ਸਿੰਗਰਾਂ ਤੋਂ ਲੈ ਕੇ ਕਲਾਕਾਰਾਂ ਤੋਂ ਲੈ ਕੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰ ਰਹੇ ਨੇ। ਕਹਿੰਦੇ ਨੇ ਵੀ ਕੇਂਦਰ ਸਰਕਾਰ ਇਹ 3 ਬਿੱਲ ਪਾਸ ਕਰਕੇ ਪੰਜਾਬ ਦੇ ਵਿੱਚੋਂ ਮੰਡੀਆਂ ਖਤਮ ਕਰ ਦੇਵੇਗੀ ਅਤੇ ਵੱਡੇ ਘਰਾਣੇ, ਕਾਰਪੋਰੇਟ ਘਰਾਣੇ ਪੰਜਾਬ ਦੇ ਵਿੱਚ ਆਉਣਗੇ ਜੋ ਕਿਸਾਨਾਂ ਦੀ ਲੁੱਟ ਕਰਨਗੇ। ਇਸ ਟਾਈਮ ਅਸੀਂ ਜਗਰਾਓਂ ਦੇ ਪਿੰਡ ਲੰਮੇ ਦੇ ਵਿੱਚ ਮੌਜੂਦ ਹਾਂ। ਸੱਥ ਦੇ ਵਿੱਚ ਕਿਸਾਨ ਬਜ਼ੁਰਗ ਬੈਠੇ ਨੇ, ਗੱਲਬਾਤ ਕਰਦੇ ਹਾਂ ਵੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ। ਬਾਪੂ ਜੀ, ਕੇਂਦਰ ਸਰਕਾਰ ਦੇ ਵੱਲੋਂ 3 ਬਿੱਲ ਪਾਸ ਕੀਤੇ ਗਏ ਨੇ, ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ। ਜਾਣਕਾਰੀ ਹੈ ਤੁਹਾਨੂੰ ਕੀ ਇਹਨਾਂ ਬਿੱਲਾਂ ਦਾ ਕਿਸਾਨੀ ਦੇ ਉੱਤੇ ਕੀ ਅਸਰ ਪਏਗਾ, ਫਸਲਾਂ ਦੇ ਉੱਤੇ ਕੀ ਅਸਰ ਪਏਗਾ? ਇਹ ਜੀ ਹੁਣ ਆੜਤੀਆਂ ਉੜਤੀਆਂ ਦਾ ਸਾਰਾ ਪ੍ਰੋਗਰਾਮ ਬੰਦ ਹੋ ਗਿਆ। ਲੋਕੀ ਮਾਮਲੇ ਪਟਾਈਆਂ ਦੇ ਪੈਲੀ ਕਿਵੇਂ ਲੈਣਗੇ? ਬਾਕੀ ਆਪਦਾ ਕੋਈ ਵਿਆਹ ਸ਼ਾਦੀ ਕਰਨਾ ਜਾਂ ਕੋਈ ਦੁੱਖ ਤਕਲੀਫ ਆ, ਆੜਤੀਆਂ ਤੋਂ ਜਾ ਕੇ ਪੈਸੇ ਲੈ ਲੈਂਦੇ ਸੀਗੇ, ਬੈਂਕਾਂ ਤੋਂ ਕੀ ਕਰਨਗੇ? ਉਹ ਬੈਂਕ ਤਾਂ 70,000 ਰੁਪਈਆ ਦਿੰਦੀ ਆ ਕਿੱਲੇ ਦੇ ਮਾਜਬ, 2-2 3-3 ਕਿੱਲੇ ਪੈਲੀ ਦੇ ਆ, ਉਹਦੇ ਨਾਲ ਕੀ ਕਰਨਗੇ ਲੋਕੀ? ਕਰਜ਼ਾ ਵੱਧ ਤੋਂ ਵੱਧ ਸਿਰਾ, ਕਿਸੇ ਦਾ ਕੁੜੀ ਦਾ ਵਿਆਹ ਕਰਨ ਵਾਲਾ, ਕਿਸੇ ਦਾ ਮੁੰਡੇ ਦਾ ਵਿਆਹ ਕਰਨ ਵਾਲਾ। ਲੱਗਦਾ ਵੱਡੇ ਘਰਾਣੇ ਇੱਥੇ ਪੰਜਾਬ ਦੇ ਵਿੱਚ ਆਉਣਗੇ। ਅੱਛਾ, ਕੇਂਦਰ ਸਰਕਾਰ ਇਹ ਵੀ ਕਹਿੰਦੀ ਆਪਾਂ ਤਾਂ ਕਿਸਾਨਾਂ ਦਾ ਬਹੁਤ ਸੋਚ ਰਹੇ ਹਾਂ, ਕਿਸਾਨਾਂ ਦੇ ਹੱਕ ਦੇ ਵਿੱਚ ਹੈ ਬਿੱਲ, ਔਰ MSP ਜਿਹੜਾ ਸਮਰਥਨ ਘੱਟੋ ਘੱਟ ਮੁੱਲ ਹੈ ਫਸਲ ਦਾ ਵਧਾ ਦਿੱਤਾ ਗਿਆ। ਪਿੰਡ ਦੇ ਵਿੱਚ ਤੁਸੀਂ ਜ਼ਿਮੀਂਦਾਰ ਹੋ, ਤੁਸੀਂ ਵੀ ਫਸਲਾਂ ਬੀਜਦੇ ਹੋਵੋਗੇ, ਕੁਝ ਫਾਇਦਾ ਹੋ ਰਿਹਾ ਜਿਹੜੇ MSP ਵਧਾਏ ਨੇ, ਜੋ ਰੇਟ ਵਧਾਏ ਨੇ ਕਹਿੰਦੇ ਫਸਲਾਂ ਦੇ, ਕੀ ਫਾਇਦਾ ਹੋ ਰਿਹਾ? ਕੁਝ ਫਾਇਦਾ ਮਿਲ ਰਿਹਾ ਕਿਸਾਨਾਂ ਨੂੰ? ਦਵਾਈਆਂ ਦੇ ਰੇਟ ਵੱਧ ਤੋਂ ਵੱਧ ਚੱਕ ਦਿੱਤੇ ਗਏ ਆ। ਬਾਕੀ ਦਾਲ ਸਬਜ਼ੀ ਆ, ਲੋਕੀ ਕੀ ਲੈ ਲੈਣ? 100 ਰੁਪਈਆ ਤੋਂ ਘੱਟ ਕੋਈ ਸਬਜ਼ੀ ਨਹੀਂ ਹੈ। ਬਾਕੀ ਮੱਕੀ ਦਾ ਸਮਰਥਨ ਮੁੱਲ ਘੱਟੋ ਘੱਟ ਕਿੰਨਾ? 1700 ਦੱਸਦੇ ਆ, ਵਿਕਦੀ 650 ਨੂੰ। ਉਹ ਵੀ ਸੁੱਕੀ ਮੱਕੀ ਲੈਂਦੇ ਆ, ਉਸੇ ਖੰਡਾ ਦਿੰਦੇ ਆ ਟਰੈਕਟਰਾਂ ਨਾਲ, ਪਹਿਲਾਂ ਬਾਅਦ 'ਚ ਉਹਨੂੰ ਲੈਂਦੇ ਆ। ਕੋਈ ਇਹੋ ਜਿਹਾ ਕੁਛ ਕਰੀ ਜਾਂਦੇ ਗੌਰਮੈਂਟ। ਅੱਛਾ, ਇੱਕ ਪਾਸੇ ਬਿੱਲ ਪਾਸ ਕਰੀ ਜਾਂਦੇ ਨੇ, ਦੂਜੇ ਪਾਸੇ ਪੰਜਾਬ ਦੇ ਬਹੁਤ ਸਾਰੇ ਰਾਜਨੀਤਿਕ ਆਗੂ ਨੇ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਆਵਾਜ਼ ਦੇਣੀ ਹੈ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਅਕਾਲੀ ਦਲ ਦੀ ਨੁਮਾਇੰਦਗੀ ਸੈਂਟਰ ਦੇ ਵਿੱਚ ਕਰ ਰਹੇ ਸੀਗੇ, ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ, ਵਜ਼ੀਰੀ ਛੱਡ ਦਿੱਤੀ ਗਈ ਹੈ। ਲੱਗਦਾ ਵੀ ਉਹ ਵਾਕਿਆ ਕਿਸਾਨਾਂ ਦੇ ਨਾਲ ਖੜੇ ਨੇ ਜਾਂ ਸਿਰਫ ਸਿਆਸਤ ਕਰ ਰਹੇ ਨੇ, ਵੋਟਾਂ ਦੀ ਖਾਤਰ ਕੀਤਾ ਜਾ ਰਿਹਾ? ਉਹ ਤਾਂ ਜੀ ਸਾਰਿਆਂ ਦੀ ਸਿਆਸਤ ਹੀ ਆ ਉਸ ਵਿੱਚ ਹੀ। ਅਕਾਲੀ ਵੀ ਸਿਆਸਤ ਕਰੀ ਜਾਂਦੇ ਆ, ਕਾਂਗਰਸ ਵੀ ਕਰੀ ਜਾਂਦੀ ਹੈ। ਇਹਦਾ ਕੋਈ ਹੋਰ ਜਮਾਤ ਆਊਗੀ ਮੂਹਰੇ ਤਾਂ ਕੋਈ ਕਾਰੋਬਾਰ ਚੱਲ ਸਕਣਗੇ ਕਿਸੇ ਦੇ, ਨਹੀਂ ਇਹ ਤਾਂ ਫੇਲ ਕਰਨ ਵਾਲਾ ਹੀ ਕੰਮ ਆ। ਹੋਰ ਹੁਣ ਇਹਨਾਂ ਦੇ ਵਿੱਚ ਕੀ ਕਰ ਸਕੀਏ ਅਸੀਂ? ਇਹ ਹੁਣ ਵੋਟਾਂ ਮੰਗਣ ਵੀ ਆਉਣਗੇ ਹੁਣ, ਫਿਰ ਕਿਸਾਨਾਂ ਦਾ ਇਸ ਵਾਰ ਰਵੱਈਆ ਕਿੱਦਾਂ ਦਾ ਰਹੂਗਾ? ਕਿਸਾਨ ਪਿੰਡਾਂ ਦੇ ਵਿੱਚ ਇਹਨਾਂ ਦਾ ਕਿੱਦਾਂ ਸਵਾਗਤ ਕਿੱਦਾਂ ਕਰਨਗੇ? ਮਿਲਣਗੇ ਜੱਫੀਆਂ ਪਾਪਾ? ਮੈਂ ਤਾਂ ਕਹਿੰਦਾ ਜੀ ਦੋਨਾਂ ਧਿਰਾਂ ਨੂੰ ਵੋਟ ਪਾਓ ਨਾ। ਕੋਈ ਨਵੀਂ ਕੋਈ ਸਰਕਾਰ ਆਵੇ ਉਹ ਕੁਛ ਕਰ ਸਕਦੀ ਆ, ਇਹਨਾਂ ਦਾ ਤਾਂ ਫੁੱਦੂ ਕੰਮ ਆ, ਰਲ ਮਿਲ ਕੇ ਖਾਈ ਜਾਂਦੇ ਆ। ਕਿਸਾਨ ਧਰਨੇ ਦੇ ਵਿੱਚ ਗਏ ਸੀਗੇ? ਕਿੱਥੇ ਧਰਨਾ ਦੇ ਕੇ? ਵੱਧ ਤੋਂ ਵੱਧ ਗਏ ਸੀਗੇ ਜੀ, ਰਾਏਕੋਟ ਵੀ ਗਏ ਆ, ਸਾਡੇ ਪਿੰਡ ਦੇ ਜਗਰਾਓਂ ਵੀ ਗਏ ਆ। ਕੋਈ ਪਿੰਡ ਦਾ ਬੰਦਾ ਰਿਹਾ ਹੀ ਨਹੀਂ ਹੈ ਘਰੇ, ਸਭ ਗਏ ਆ। ਮੋਦੀ ਸਰਕਾਰ ਕਹਿੰਦੀ ਹੈ ਆਪਾਂ ਬਹੁਤ ਕੁਝ ਕੀਤਾ ਕਿਸਾਨਾਂ ਦੇ ਨਾਲ, ਹੁਣ ਵੀ ਆਪਾਂ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਇਹ ਬਿੱਲ ਲੈ ਕੇ ਆਏ। ਲੱਗਦਾ ਵੀ ਕਿਸਾਨਾਂ ਦੇ ਹੱਕ ਵਿੱਚ ਹੈਗੇ ਨੇ ਇਹ ਬਿੱਲ? ਹਾਂ, ਬਹੁਤ ਹੱਕ ਚਾਹੀਦੀ, ਬਿਜਲੀ ਦੇ ਬਿੱਲ ਆਉਣ ਲੱਗ ਜਾਣੇ ਚਾਹੁੰਗੇ ਉਹਨਾਂ ਨੂੰ। ਪਹਿਲਾਂ ਤਾਂ ਘਰ ਦੇ ਬਿੱਲ ਤਾਂ ਦੇ ਨਹੀਂ ਹੋਏ ਇਹਨਾਂ ਤੋਂ, ਮੋਟਰਾਂ ਦੇ ਬਿੱਲ ਕਿੱਥੋਂ ਦੇਣਗੇ?
ਆਪਾਂ ਮਾਲਵੇ ਪੱਟੀ ਦੇ ਵਿੱਚ ਦੇਖਿਆ ਹੈ, ਹਾਲਾਂਕਿ ਅੱਜ ਹਰ ਕੋਨੇ ਦੇ ਵਿੱਚ ਇਹ ਬੜੀਆਂ ਦੁਖਦਾਈ ਹੁੰਦੀਆਂ। ਕਈ ਵਾਰ ਕਿਸਾਨ ਖੁਦਕੁਸ਼ੀਆਂ ਕਰ ਜਾਂਦੇ ਨੇ ਕਰਜ਼ੇ ਦੇ ਕਾਰਨ, ਹੈ ਨਾ। ਕਈ ਵਾਰ ਹੌਸਲਾ ਛੱਡ ਜਾਂਦੇ ਨੇ। ਖੁਦਕੁਸ਼ੀਆਂ ਕਿਸਾਨਾਂ ਦੀਆਂ ਬਹੁਤ ਹੋ ਰਹੀਆਂ ਨੇ। ਸਰਕਾਰ ਕਹੀ ਜਾ ਰਹੀ ਆਪਾਂ ਮਾਲੋ ਮਾਲ ਕਰ ਦਿੱਤੇ ਕਿਸਾਨ। ਖੁਦਕੁਸ਼ੀਆਂ ਵੀ ਮੰਨਦੇ ਹੋ ਸਰਕਾਰਾਂ ਦੀ ਹੀ ਦੇਣ ਹੈ ਕਿਸਾਨਾਂ ਨੂੰ। ਸਰਕਾਰ ਅੱਜ ਕਿਸਾਨ ਜਿਹੜਾ ਆਪ ਅੰਨਦਾਤਾ ਸੀਗਾ, ਆਪ ਪੂਰੇ ਦੇਸ਼ ਦੇ ਵਿੱਚ ਅੰਨ ਦਾ ਭੰਡਾਰ ਕਰਦਾ ਹੈ, ਉਹ ਭੁੱਖਾ ਮਰ ਰਿਹਾ। ਬਿਲਕੁਲ ਭੁੱਖਾ ਮਰਦਾ ਜੀ। ਹੁਣ ਇਹਦੇ ਵਿੱਚ ਤਾਂ ਸਾਡੇ ਹੁਣ ਜੱਟਾਂ ਦੀ ਤਾਂ ਕੋਈ ਬਸ ਦੀ ਗੱਲ ਨਹੀਂ ਹੈ। ਸਾਰੀ ਕੁੱਲ ਚੀਜ਼ ਮਹਿੰਗੀ ਹੋ ਚੁੱਕੀ ਆ, ਨਾ ਕੁਛ ਲੈਣ ਨੂੰ ਆ ਨਾ ਦੇਣ ਨੂੰ ਆ। ਜੱਟਾਂ ਦੇ ਸਾਰੇ ਬਾਜ਼ਾਰ ਬਜ਼ੂਰ ਬੰਦ ਪਏ ਆ। ਜਿਹੜੀ 100 ਰੁਪਏ ਦੀ ਚੀਜ਼ ਸੀ 200 ਦੀ ਮਿਲਦੀ ਹੈ। ਇਹਦੇ 'ਚ ਹੁਣ ਦੱਸ ਕੀ ਕਰਨ ਜੱਟ। ਦੁੱਧ ਆ ਇਹ ਜੇ 40 ਰੁਪਏ ਲੀਟਰ ਆ, 25 ਰੁਪਏ 20 ਰੁਪਏ ਵਿਕ ਰਿਹਾ। ਹੋਰ ਹੁਣ ਖੁਦਕੁਸ਼ੀਆਂ ਨਾ ਕਰਨ। ਖਲ ਦੀ ਬੋਰੀ ਭੈਣੀ 2500 ਦੀ ਹੈ, ਦੁੱਧ 1500 ਦਾ ਹੁੰਦਾ। ਕੀ ਹਿਸਾਬ ਕਰਕੇ ਕਰਨਗੇ ਜੱਟ? ਸਾਰਾ ਫੇਲ ਹੋਣ ਵਾਲਾ ਹੀ ਕੰਮ ਆ। ਕੱਚਾ ਦੁੱਧ ਬਣਾ ਕੇ ਲੋਕੀ ਵੇਚੀ ਜਾਂਦੇ ਆ ਡੈਰੀਆਂ ਵਾਲੇ। ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਕਰ ਰਿਹਾ। ਗੌਰਮੈਂਟ ਨੂੰ ਪੁਲਿਸ ਵਾਲਿਆਂ ਨੂੰ ਪੈਸੇ ਮਿਲ ਜਾਂਦੇ ਆ, ਖਾ ਕੇ ਗਾਂ ਦੀ ਗਾਂ ਕਰੀ ਜਾਂਦੇ, ਮਹਿੰਗਾਈ ਜਾਂਦੇ ਗੱਡੀਆਂ ਦੀਆਂ ਗੱਡੀਆਂ ਦੁੱਧ ਦੀਆਂ। ਵੋਟਾਂ ਵੀ ਆਉਣੀਆਂ ਨੇ 2022 ਦੀਆਂ। ਉਹਦੇ ਵਿੱਚ ਇਸ ਵਾਰ ਫਿਰ ਕਿਸਾਨਾਂ ਦੀ ਸੋਚ ਕੀ ਹੈ? ਕੀ ਸੋਚ ਦੇ ਵਿੱਚ ਬਾਪੂ ਜੀ ਤੁਹਾਡੇ ਤੋਂ ਜਾਣਨਾ ਚਾਹੂੰਗਾ, ਕੀ ਸੋਚ ਕੀ ਹੈ ਇਸ ਵਾਰ ਜਦੋਂ ਵੋਟਾਂ ਆਉਣੀਆਂ ਨੇ? ਇਹ ਲੀਡਰ ਪਿੰਡਾਂ ਦੇ ਵਿੱਚ ਵੀ ਆਉਣਗੇ। ਅੱਜ ਨਾਅਰਾ ਦੇ ਰਹੇ ਨੇ ਵੀ ਆਪਾਂ ਕਿਸਾਨ ਹਮਾਇਤੀ ਆ, ਪਰ 3 ਬਿੱਲ ਕੇਂਦਰ ਸਰਕਾਰ ਦੇ ਵੱਲੋਂ ਪਾਸ ਕਰ ਦਿੱਤੇ ਨੇ। ਮੰਡੀਆਂ ਕਹਿੰਦੇ ਖਤਮ ਹੋ ਜਾਊਗੀਆਂ ਉਹਦੇ ਨਾਲ। ਬੇਸ਼ੱਕ ਇਹ ਵੀ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਆਪਾਂ ਘੱਟੋ ਘੱਟ ਸਮਰਥਨ ਮੁੱਲ ਹੈ ਕਣਕ ਝੋਨੇ ਦਾ ਉਹ ਵੀ ਵਧਾ ਦਿੱਤਾ ਹੈ। ਕਿਸਾਨ ਤਾਂ ਮਾਲੋ ਮਾਲ ਹੋ ਜਾਣਗੇ। ਲੱਗਦਾ ਇੱਦਾਂ ਦਾ ਕੁਝ ਹੋਊਗਾ ਅਸਲੀਅਤ ਦੇ ਵਿੱਚ? ਅੱਛਾ ਜੀ, ਗੱਲ ਤਾਂ ਇਹ ਹੈ ਵੀ ਜਦੋਂ 3 ਬਿੱਲ ਗੌਰਮੈਂਟ ਪਾਸ ਕਰ ਸਕਦੀ ਹੈ, ਫਿਰ ਚੌਥਾ ਬਿੱਲ ਕਿਉਂ ਨਹੀਂ ਪਾਸ ਕਰਦੀ? ਚੌਥਾ ਬਿੱਲ ਵੀ ਪਾਸ ਕਰੇ ਨਾ, ਫੇਰ ਹੀ ਆ। ਜੇ ਜੱਟ ਨੂੰ ਕੋਈ ਸਹੂਲਤ ਹੋ ਫੇਰ ਹੀ ਉਹਦੇ ਜੱਟ ਲੱਗਣਗੇ ਮਗਰ। ਜਦੋਂ ਸਾਰਾ ਇਹ ਕਿਸਾਨਾਂ ਦੇ ਉਲਟਾ ਸਾਰਾ ਕੰਮ ਜੋ ਹੋ ਰਿਹਾ। ਅਤੇ ਜੇ ਇਹਨਾਂ ਦੀ ਜਿਣਸ ਖਰੀਦਣੀ ਉਹ ਪਹਿਲਾਂ ਬਿੱਲ ਪਾਸ ਕਰਾਓ ਫੇਰ ਹੀ ਆ। ਅਤੇ ਜਿਣਸ ਤਾਂ ਹੁਣ ਉਹ ਦੂਜਾ ਵਪਾਰੀਆਂ ਨੇ ਖਰੀਦਣੀ ਹੈ। ਜਾਂ ਤਾਂ ਗੌਰਮੈਂਟ ਇਹਦੀ ਜ਼ਿੰਮੇਵਾਰੀ ਲਵੇ ਵੀ ਹਾਂ ਠੀਕ ਹੈ, ਚੌਥਾ ਬਿੱਲ ਪਾਸ ਕਰਾਵੇ ਵੀ ਅਸੀਂ ਸਾਰੀ ਫਸਲ ਚੱਕਾਂਗੇ। ਅਤੇ ਇੱਕ ਫਸਲ ਚੱਕ ਕੇ ਤਾਂ ਚਲੋ ਠੀਕ ਆ, ਹੋ ਸਕਦਾ। ਪਰ ਗਾਹਾਂ ਇਹ ਕਹਿੰਦੇ ਵੀ ਅਸੀਂ ਲਵਾਂਗੇ ਜਿਹੜੀ ਕੁਆਲਿਟੀ ਲਵਾਂਗੇ। ਕੁਆਲਿਟੀ ਤਾਂ ਹੋ ਨਹੀਂ ਸਕਦੀ ਕਦੇ। ਅਤੇ ਫਸਲ ਦੀ ਕੁਆਲਿਟੀ ਦੇ ਉੱਤੇ ਇਹ ਵੀ ਅਸਰ ਆਉਂਦਾ। ਕਈ ਵਾਰ ਬਹੁਤ ਸਾਰੀਆਂ ਆਪਾਂ ਖਬਰਾਂ ਵੀ ਦੇਖਦੇ ਹਾਂ, ਸਾਹਮਣੇ ਆਉਂਦੀਆਂ ਨੇ। ਮਾੜਾ ਬੀਜ ਦੇ ਦਿੱਤਾ ਜਾਂਦਾ ਹੈ ਕਿਸਾਨ ਨੂੰ। ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਥੱਲੇ ਦੱਬਿਆ ਹੁੰਦਾ ਹੈ, ਉਹ ਇੱਕ ਆਸ ਦੇ ਨਾਲ ਫਸਲ ਬੀਜਦਾ ਵੀ ਫਸਲ ਆਊਗੀ ਅਤੇ ਮੈਂ ਕਰਜ਼ਾ ਲਾਊਂਗਾ ਜਾਂ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰੂੰਗਾ। ਪਰ ਬੀਜ ਉਹਨੂੰ ਮਾੜਾ ਦੇ ਦਿੱਤਾ ਜਾਂਦਾ ਹੈ। ਜੋ ਉੱਤੇ ਦਵਾਈਆਂ ਸਪਰੇਅ ਕਰਦੇ ਨੇ ਉਹ ਵੀ ਉਹਨੂੰ ਮਾੜਾ ਦੇ ਦਿੱਤੇ ਜਾਂਦੇ। ਕਮਾਈ ਦੀ ਬਜਾਏ ਜਿਹੜਾ ਕਿਸਾਨ ਹੈ ਹੋਰ ਡੁੱਬ ਜਾਂਦਾ। ਗੱਲ ਇਹ ਆ ਜੀ, ਸਾਰੀ ਚੀਜ਼ ਹਰੇਕ ਚੀਜ਼ ਮਹਿੰਗਾਈ ਹੋ ਰਹੀ ਹੈ। ਪਰ ਲੇਕਿਨ ਜਿਹੜੀ ਜਿਣਸ ਆ ਉਹਨੂੰ ਜੇ ਆਪਾਂ ਦੇਖੀਏ ਤਾਂ ਕੋਈ ਖਾਸ ਨਹੀਂ ਇੰਨੀ ਵਧਾਈ ਜਾਂਦੀ। ਹਰੇਕ ਚੀਜ਼ 100 ਰੁਪਈਆ ਜਾਂ 200 ਰੁਪਈਆ ਚੱਕੀ ਜਾਂਦੀ ਹੈ। ਦਵਾਈਆਂ ਨੇ, ਕੀੜੇ ਮਾਰ ਦਵਾਈਆਂ ਨੇ, ਹੋਰ ਜਿਹੜੀਆਂ ਦਵਾਈਆਂ ਨੇ, ਅਤੇ ਉਹ ਮਹਿੰਗੀਆਂ ਹੋ ਚੁੱਕੀਆਂ। ਪਰ ਲੇਕਿਨ ਇੱਥੇ ਤਾਂ ਹੁਣ ਜਿਹੜਾ ਸਿਲਸਿਲਾ ਹੋ ਰਿਹਾ ਗਾਹਾਂ ਵਾਸਤੇ, ਉਹ ਤਾਂ ਜੋ ਸਰਕਾਰੀ ਰੇਟ ਸੀ ਉਹ ਤੋਂ ਵੀ ਥੱਲੇ ਖਰੀਦਣਗੇ। ਅਤੇ ਜੱਟ ਨੂੰ ਕੀ ਇਹ 'ਚ ਫਾਇਦਾ ਹੋਊ? ਕਿਸਾਨ ਤਾਂ ਅੱਗੇ ਹੀ ਕਰਜ਼ਾਈ ਆ, ਹੋਰ ਕਰਜ਼ਾਈ ਹੋਊਗਾ, ਫਿਰ ਉਹ ਹੋਰ ਜਾਊ ਕਿੱਥੇ? ਗੌਰਮੈਂਟ ਇਹਦੀ ਕੋਈ ਮਦਦ ਕਰਨ ਨੂੰ ਫੜਨ ਨੂੰ ਤਿਆਰ ਨਹੀਂ। ਨਾ ਕੋਈ ਜਦੋਂ ਵੋਟਾਂ ਲੈਂਦੇ ਆ ਉਦੋਂ ਤਾਂ ਜ਼ਰੂਰ ਕਹਿੰਦੇ ਆ ਵੀ ਅਸੀਂ ਵਾਅਦੇ ਕਰਦੇ ਹਾਂ, ਪਰ ਮਗਰੋਂ ਕੋਈ ਵਾਅਦਾ ਪੂਰਾ ਨਹੀਂ ਕਰਦਾ। ਹੁਣ ਪਿੱਛੇ ਦੇਖ ਲਓ, ਵੋਟਾਂ ਲੈ ਕੇ ਸਾਰੇ ਬੈਠੇ ਆ, ਕੋਈ ਅੱਜ ਤੱਕ ਨਹੀਂ ਇਹਨਾਂ ਨੇ ਕਿਸੇ ਦੀ ਜੱਟ ਦੀ ਬਾਂਹ ਫੜੀ। ਸਾਰੇ ਜਾਣੇ ਆਪੋ ਕੁਰਸੀਆਂ ਨੂੰ ਪਏ ਹੋਏ ਆ ਅਤੇ ਆਪਦੀ ਕੁਰਸੀ ਨਾਲ ਸਿਆਸਤ ਖੇਡ ਰਹੇ ਆ। ਕਦੇ ਜੱਟਾਂ ਨੂੰ ਕਿਵੇਂ ਕਹਿੰਦੇ ਆ, ਕਦੇ ਕਿਵੇਂ ਕਹਿੰਦੇ ਆ। ਇਹ ਸਾਰਾ ਕੁਛ ਆ ਹੋ ਗਿਆ, ਕੁਛ ਨਹੀਂ ਹੋਇਆ। ਇਹ ਬਿੱਲ ਪਾਸ ਹੋ ਗਏ ਤਾਂ ਕਿਸਾਨ ਇਹਦੇ 'ਚ ਕੁਚਲਿਆ ਹੀ ਜਾਣਾ। ਸਿਮਰਤ ਕੌਰ ਬਾਦਲ ਹੋਣਾ ਨੇ ਅਸਤੀਫਾ ਦੇ ਦਿੱਤਾ ਵਜ਼ੀਰ ਉੱਤੋਂ। ਕਹਿੰਦੇ ਮੈਂ ਤਾਂ ਕਿਸਾਨਾਂ ਦੇ ਲਈ ਕੁਰਸੀ ਛੱਡ ਦਿੱਤੀ ਹੈ। ਮੈਨੂੰ ਐਡਾ ਵੱਡਾ ਮਾਣ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਵੀ ਮੇਰੇ ਲਈ ਕਿਸਾਨ ਜ਼ਰੂਰੀ ਨੇ, ਮੇਰੇ ਲਈ ਕੁਰਸੀ ਜ਼ਰੂਰੀ ਨਹੀਂ। ਲੱਗਦਾ ਵੀ ਵਾਕਿਆ ਕਿਸਾਨ ਹਿਤੈਸ਼ੀ ਨੇ ਜਾਂ ਉਹਨਾਂ ਨੇ ਵੀ ਰਾਜਨੀਤੀ ਕੀਤੀ ਹੈ ਇਸ ਪੂਰੇ ਮੁੱਦੇ ਦੇ ਉੱਤੇ? ਇਹ ਤਾਂ ਰਾਜਨੀਤੀ ਕੀਤੀ, ਉਹ ਰਜਵਾੜਿਆਂ ਦੀ ਧੀ ਆ। ਉਹਦਾ ਕਿਸਾਨਾਂ ਨਾਲ ਕੀ ਮਸਲਾ? ਉਹ ਤਾਂ ਆਪ ਦੇਖੋ ਨਾ, ਜਿਹੜਾ ਇੱਕ 17 ਕਿਲੋ ਸੋਨਾ ਹੋ ਸਕਦਾ ਉਹਦੇ ਕੋਲੇ, ਅਤੇ ਬਾਕੀ ਤਾਂ ਦੇਖੋ ਸਾਡੇ ਕੋਲ ਤਾਂ ਕੁਛ ਵੀ ਨਹੀਂ। ਇੱਕ ਤੋਲਾ ਵੀ ਨਹੀਂ ਤੁਸੀਂ ਜਿਵੇਂ ਕਿਸਾਨ ਕੋਲੋਂ ਕੱਢ ਸਕਦੇ। ਅਤੇ ਉਹ 17 ਕਿਲੋ ਸੋਨੇ ਦੀ, ਉਹ ਤਾਂ ਰਜਵਾੜਿਆਂ ਦੀ ਧੀ ਆ। ਜਿਹੜੇ ਪਿੱਛੇ ਅੰਗਰੇਜ਼ਾਂ ਤੋਂ ਲੈ ਚੁੱਕੇ ਆ ਮੱਦਾਂ, ਉਹਨਾਂ ਦੇ ਸਿਰ 'ਤੇ ਕੁਰਸੀਆਂ ਮਾਣ ਰਹੇ ਆ। ਅਤੇ ਬਾਕੀ ਦੇਖੋ ਕਿਸਾਨ ਦਾ ਤਾਂ ਕੋਈ ਹਾਮੀ ਹੈ ਹੀ ਨਹੀਂ ਇਸ ਟਾਈਮ 'ਤੇ। ਇਹ ਸਭ ਸਿਰਫ ਸਿਆਸਤਾਂ ਹੋ ਰਹੀਆਂ, ਕੋਈ ਇਹਦਾ ਕਿਸਾਨ ਦਾ ਹਾਮੀ ਨਹੀਂ ਇਸ ਟਾਈਮ 'ਤੇ ਕੋਈ ਹੋਰ। ਅੱਛਾ, ਕਲਾਕਾਰ ਵੀ ਬੜੇ ਇਸ ਵਾਰ ਤੁਹਾਡੇ ਸਮਰਥਨ ਦੇ ਵਿੱਚ ਆਏ ਨੇ, ਧਰਨਿਆਂ ਦੇ ਵਿੱਚ ਬੈਠੇ ਨੇ। ਇੱਕ ਪਾਸੇ ਉਹ ਗੀਤ ਬਹੁਤ ਚੱਲੇ ਨੇ ਕਲਾਕਾਰਾਂ ਦੇ ਵੀ ਜੱਟ ਮੌਜਾਂ ਕਰਦਾ ਹੈ। ਵਾਕਿਆ ਜੱਟ ਮੌਜਾਂ ਕਰਦਾ ਹੈ ਜਾਂ ਜੱਟ ਰੁਲਦਾ ਹੈ ਖੇਤਾਂ ਦੇ ਵਿੱਚ?
ਦੇਖੋ ਜੀ ਜੱਟ ਤਾਂ ਰੋਲ ਰਿਹਾ, ਜਿਹੜੇ ਗੀਤਕਾਰ ਜਾਂ ਹੋਰ ਆ ਰਹੇ ਆ ਕਿ ਐਕਟਰ ਵੀ ਆਏ ਆ, ਉਹ ਸਿਰਫ ਟਿਕਟ ਨੂੰ ਫਿਰ ਰਹੇ ਆ ਬਈ ਸਾਨੂੰ ਕੁਰਸੀ ਦਾ ਕੋਈ ਨਾ ਕੋਈ ਲਾਭ ਮਿਲੇ। ਉਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਇਹੋ ਜਿਹੀ ਗੱਲ ਨਹੀਂ ਕੋਈ ਹੈ ਵੀ ਉਹ ਮੂਹਰੇ ਹੋ ਕੇ ਕੋਈ ਕਿਸਾਨ ਦਾ ਫਾਇਦਾ ਕਰਨਗੇ। ਸਭ ਅੱਗੇ ਦੇਖ ਲਓ ਜਿੰਨੇ ਵੀ ਹੋਏ ਐਕਟਰ ਆ ਜਾਂ ਹੋਰ ਆ ਤੁਸੀਂ ਇਹਦਾ ਆਪਣੇ ਸਨੀ ਦਿਓਲ ਹੀ ਦੇਖ ਲਓ, ਇੱਥੋਂ ਜਿੱਤ ਕੇ ਗਿਆ, ਕਿਤੇ ਉਹਨੇ ਪਤਾ ਕੀਤਾ ਕਿਸਾਨਾਂ ਦਾ ਕੋਈ ਸਾਰ ਨਹੀਂ ਲਈ ਹੈ। ਉਹਨੂੰ ਬੁਲਾ ਵੀ ਰਹੇ ਆ ਤਾਂ ਵੀ ਨਹੀਂ ਆ ਰਿਹਾ। ਤੇ ਬਾਕੀ ਹੁਣ 2022 ਦੀਆਂ ਇਲੈਕਸ਼ਨਾਂ ਅੱਗੇ ਫੇਰ ਰੈਡੀ ਨੇ। ਇਸ ਵਾਰ ਕਿਸਾਨਾਂ ਦਾ ਰਵੱਈਆ ਕਿੱਦਾਂ ਦਾ ਰਹੂਗਾ? ਪਿੰਡਾਂ ਦੇ ਵਿੱਚ ਇਹ ਲੀਡਰ ਆਉਣਗੇ ਤੇ ਫਿਰ ਕਿਸ ਤਰੀਕੇ ਦੀ ਸੋਚ ਰਹੂਗੀ? ਇਸ ਵਾਰ ਕਿੱਦਾਂ ਦੀ ਸਰਕਾਰ ਬਣਾਓਗੇ ਜਾਂ ਇਹਨਾਂ ਲੀਡਰਾਂ ਦੇ ਨਾਲ ਡੀਲਿੰਗ ਕਿੱਦਾਂ ਦੀ ਹੋਊਗੀ ਕਿਸਾਨਾਂ ਦੀ? ਦੇਖੋ ਜੀ ਇਹਨਾਂ ਨੂੰ ਲੀਡਰਾਂ ਦਾ ਨਗਰਾਂ ਦੇ ਵਿੱਚ ਵੜ ਨਹੀਂ ਦੇਣਾ ਚਾਹੀਦਾ। ਵੈਸੇ ਤਾਂ ਜਦੋਂ ਇਹਨਾਂ ਨੇ ਕੋਈ ਕਿਸਾਨਾਂ ਦਾ ਫਾਇਦਾ ਹੀ ਨਹੀਂ ਕੀਤਾ, ਵੋਟ ਅਸੀਂ ਇਹਨਾਂ ਨੂੰ ਕਿਉਂ ਦੇਈਏ? ਕੋਈ ਹੋਰ ਠੀਕ ਆ, ਕੋਈ ਨਵੀਂ ਪਾਰਟੀ ਉੱਠਦੀ ਆ, ਉਹ ਕੋਈ ਫਾਇਦਾ ਕਰਦੀ ਆ ਕਿਸਾਨਾਂ ਦਾ, ਸੋਚਦੀ ਆ, ਫਿਰ ਜਾ ਕੇ ਹੋ ਸਕਦਾ ਕੋਈ ਨੂੰ। ਤੇ ਇਹ ਤਾਂ ਦੋਵੇਂ ਪਾਰਟੀਆਂ ਰਲ ਕੇ ਆਪਦਾ ਕਰ ਰਹੀਆਂ। ਬਾਪੂ ਜੀ ਤੁਹਾਡੀ ਵੀ ਵਡੇਰੀ ਉਮਰ ਹੋ ਗਈ ਹੈ, ਇਸ ਉਮਰ ਦੇ ਵਿੱਚ ਕਿਸਾਨੀ ਵੀ ਕੀਤੀ ਹੋਊਗੀ, ਸਰਕਾਰਾਂ ਵੀ ਬਹੁਤ ਦੇਖੀਆਂ ਨੇ। ਕਿਸਾਨ ਦਾ ਫਾਇਦਾ ਅੱਜ ਤੱਕ ਦੇਖਿਆ ਵੀ ਕਿਸੇ ਸਰਕਾਰ ਨੇ ਕਿਸਾਨ ਦਾ ਸੋਚਿਆ ਹੋਵੇ? ਹੁਣ 3 ਬਿੱਲਾਂ ਦੇ ਕਰਕੇ ਅੱਜ ਕਿਸਾਨ ਸੜਕਾਂ ਦੇ ਉੱਤੇ ਰੁਲ ਰਿਹਾ ਹੈ। ਜਿਹੜੀ ਸਰਕਾਰ ਆਈ ਆ ਇਹਨੂੰ ਪਹਿਲਾ ਨੰਬਰ ਖਾਣ ਤੇ ਆਈ ਆ। ਇਹਦਾ ਕੋਈ ਮਿੱਤਰ ਨਹੀਂ ਆਇਆ ਵੀ ਇਹਦਾ ਮਿੱਤਰ ਆਇਆ ਕੋਈ। ਇਹ ਦੇਸ਼ ਚੰਗਾ ਵਾ, ਆਜ਼ਾਦੀ ਲਈ ਆ। ਆਜ਼ਾਦੀ ਵਾਲੇ ਜੋ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਜੇ 2 ਨੰਬਰ ਉਹਨਾਂ ਨੂੰ ਪੈਨਸ਼ਨਾਂ ਮਿਲ ਰਹੀਆਂ, ਉਹਨਾਂ ਨੂੰ ਕਿਸੇ ਨੇ ਪੁੱਛਿਆ। ਇੱਥੇ ਜਿਹੜਾ ਸਹੀ ਬੰਦਾ ਉਹਨੂੰ ਕੋਈ ਪੁੱਛ ਨਹੀਂ ਰਿਹਾ। ਆ ਬੈਠੇ ਚੁੱਪ ਸਾਰੇ ਜਿਹੜੇ ਆ 2 ਨੰਬਰ ਵਾਲੇ ਜਿਹਨੂੰ ਉਡਾੜਾ ਆਉਂਦਾ 8 ਨੂੰ ਜੀ ਵੀ ਸਿੱਖ ਜਾਂਦੇ ਆ, ਉਹ ਸਾਰਾ ਕੁਝ ਲੈ ਬੈਠਿਆ। ਇੱਥੇ ਵੀ ਮੈਂ ਕਹਿਣਾ ਬਈ ਜਿੰਨਾ ਚਿਰ ਘੰਡੀ 'ਚ ਨਹੀਂ ਨਾ ਆਉਂਦੀ ਜ਼ਿਮੀਂਦਾਰ ਦੇ, ਉਹਨਾਂ ਚਿਰ ਉੱਠ ਨਹੀਂ ਸਕਦਾ ਹੈ। ਇੱਕ ਨਹੀਂ ਹੋ ਸਕਦਾ ਕਿਉਂ ਹਾਲੇ ਥੋੜ੍ਹਾ ਜਿਹਾ ਕਿਧਰੋਂ ਬੈਂਕ 'ਚੋਂ ਮਿਲ ਗਿਆ, ਉਹ ਮਿਲ ਗਿਆ, ਜੇ ਮਿਲ ਗਿਆ। ਹੁਣ ਤਾਂ ਅੱਗੇ ਤਾਂ ਆੜਤੀ ਤੋਂ ਪੈਸੇ ਫੜ ਲੈਂਦੇ ਸੀਗੇ ਪਹਿਲਾਂ, ਹੁਣ ਤਾਂ ਕਹਿੰਦੇ ਮੰਡੀ ਵਾਲਾ ਸਿਸਟਮ ਖਤਮ ਹੋ ਜਾਣਾ, ਪ੍ਰਾਈਵੇਟ ਹੋ ਜਾਣਾ ਸਾਰਾ ਕੰਮ। ਅੱਗੇ ਤਾਂ ਸਰਕਾਰ ਫਸਲ ਚੁੱਕ ਲੈਂਦੀ ਸੀਗੀ। ਇਹੀ ਗੱਲ ਕਹੀ ਜਾ ਰਹੀ ਹੈ ਵੀ 1 ਸਾਲ 2 ਸਾਲ ਦੇ ਵਿੱਚ ਉਹ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆਉਣਗੇ ਜਾਂ ਪ੍ਰਾਈਵੇਟਾਈਜ਼ੇਸ਼ਨ ਜਿਹੜੀਆਂ ਕੰਪਨੀਆਂ ਆਉਣਗੀਆਂ ਉਹ ਖਰੀਦ ਲੈਣਗੀਆਂ। ਉਸ ਤੋਂ ਬਾਅਦ ਫਿਰ ਕਿਸਾਨ ਕੀ ਕਰੂਗਾ? ਕਹਿੰਦੇ ਕਿਸਾਨ ਦੀ ਫਸਲ ਨਹੀਂ ਚੁੱਕੀ ਜਾਊਗੀ। ਹਾਲਾਂਕਿ ਕੇਂਦਰ ਕਹਿੰਦੀ ਆਪਾਂ ਤਾਂ ਫਸਲ ਦਾ ਮੁੱਲ ਵਧਾ ਦਿੱਤਾ ਹੈ। ਵਾਕਿਆ ਮੁੱਲ ਵਧਣ ਦਾ ਕੋਈ ਲੱਗਦਾ ਵੀ ਮੁੱਲ ਵਧਿਆ ਉਹਦਾ ਫਾਇਦਾ ਹੋਊਗਾ ਕਿਸਾਨਾਂ ਨੂੰ? ਥੋੜ੍ਹਾ ਜਿਹਾ ਵਧਾਉਣਗੇ। ਆ ਹੁਣ ਤੁਸੀਂ ਦੂਰ ਨਾ ਜਾਓ, ਪਿਆਜ਼ ਆਲੂ ਕਿਤੇ ਘਟ ਗਿਆ, ਆ ਇਕੱਠੇ ਉਹੀ 2 ਕਿਲੋ ਦੇ ਰਹੇ ਆ 100 ਦੇ। ਜਿਹੜੇ ਅੱਗੇ 10 ਕਿਲੋ ਸੀ ਅੱਜ ਤੋਂ ਥੋੜ੍ਹੇ ਦਿਨ ਪਿੱਛੇ ਉਹ ਘਟ ਗਿਆ, ਕਿਤੇ ਉਹ ਸਟਾਕ ਹੋ ਗਏ। ਇਹੀ ਹਾਲ ਆਲੂ ਦਾ ਹੋਇਆ। ਇਉਂ ਆ ਬਾਈ ਜੀ, ਇੱਦਾਂ ਕੋਈ ਪੁੱਛ ਨਹੀਂ ਰਿਹਾ, ਬਸ ਬੈਠੇ ਆ। ਇਹ ਜਿਹੜੇ ਬਿੱਲ ਪਾਸ ਕੀਤੇ ਨੇ ਲੱਗਦਾ ਕਿਸਾਨ ਮਾਰੂ ਨੇ, ਕਿਉਂਕਿ ਹਰ ਪਾਸੇ ਤਾਂ ਇਹ ਕਿਸਾਨ ਲਗਾਤਾਰ ਅੱਜ ਵੀ ਵਿਰੋਧ ਕਰ ਰਹੇ ਨੇ। ਜੇ ਕੋਈ ਹੋਰ ਕਿਸਾਨ ਕੋਈ ਗੱਲਬਾਤ ਕਰਨੀ ਚਾਹੁੰਦਾ ਬਾਪੂ ਜੀ? ਦੱਸਿਆ ਵੀ ਜਿੰਨਾ ਚਿਰ ਗੱਲ 'ਚ ਨਹੀਂ ਨਾ ਆਉਂਦੀ, ਹੁਣ ਕੰਡੀ 'ਤੇ ਗਈ ਹੋਈ ਆ, ਉਹਨਾਂ ਚਿਰ ਉੱਠਣਾ ਨਹੀਂ ਇਹਨਾਂ ਨੇ। ਬਾਪੂ ਜੀ ਜਿਵੇਂ ਇੱਕ ਨਾ ਮੋਦੀ ਸਾਹਿਬ ਦਾ ਗੇੜਾ ਪੰਜਾਬ ਦੇ ਵਿੱਚ ਦੌਰਾ ਦਵਾ ਕਰਵਾ ਦਿਓ ਜ਼ਰੂਰ, ਵੀ ਉਹਨਾਂ ਨੂੰ ਪਤਾ ਲੱਗ ਜੂਗਾ ਖਾਸ ਵੀ ਹਾਂ ਵੀ ਕਿੰਨੇ ਕੁ ਦੁਖੀ ਆ ਕਿੰਨੇ ਕੁ ਸੁਖੀ ਆ। ਇਹ ਗੇੜਾ ਲਵਾਉਣਾ ਚਾਹੀਦਾ ਜ਼ਰੂਰ ਆਪਾਂ ਨੂੰ। ਲੱਗਦਾ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਆ ਦਿੱਲੀ ਆਵਾਜ਼ ਗਈ ਹੋਊ, ਜਿਹੜੀ ਹੁਣ ਜਿੰਨਾ ਰੌਲਾ ਕਿਸਾਨਾਂ ਦੇ ਵੱਲੋਂ ਨਹੀਂ ਗਈ ਹੈ ਆਵਾਜ਼ ਇੱਥੇ ਜਦੋਂ ਆਉਣਗੇ ਨਾ ਪੰਜਾਬ ਦੇ ਵਿੱਚ ਦੌਰਾ ਕਰਨਗੇ ਉਦੋਂ ਸਾਰਾ ਕੁਝ ਸਹੀ ਹੋ ਜਾਊਗਾ। ਅੱਛਾ ਕਿਸਾਨ ਇਹ ਵੀ ਗੱਲ ਬੜੀ ਦੇਖਣ ਨੂੰ ਮਿਲਦੀ ਹੈ ਵੀ ਕਿਸਾਨ ਇੱਕ ਮੰਚ ਦੇ ਉੱਤੇ ਇਕੱਠਾ ਹੀ ਨਹੀਂ ਹੋ ਪਾਉਂਦਾ। ਇੱਥੇ 30 ਜਥੇਬੰਦੀਆਂ ਕਿਸਾਨਾਂ ਦੀਆਂ ਬਣੀਆਂ ਨੇ। ਇੱਕ ਕਹਿੰਦਾ ਮੈਂ 20 ਤਰੀਕ ਨੂੰ ਧਰਨਾ ਦੇਣਾ, ਦੂਜਾ ਕਹਿੰਦਾ ਮੈਂ 25 ਨੂੰ ਧਰਨਾ ਦੇਣਾ, ਤੀਜਾ ਕਹਿੰਦਾ ਮੈਂ 28 ਨੂੰ ਧਰਨਾ ਦੇਣਾ। ਇੱਕੋ ਦਿਨ ਧਰਨਾ ਕਿਉਂ ਨਹੀਂ ਦਿੰਦੇ ਰਹੇ ਪਹਿਲਾਂ? ਲੱਗਦਾ ਵੀ ਇਹ ਕਮਜ਼ੋਰੀਆਂ ਸੀਗੀਆਂ। ਕਿਸਾਨ ਆਗੂ ਜਿਹੜੇ ਬਣੇ ਨੇ, ਆਪਣੇ ਆਪ ਨੂੰ ਕਿਸਾਨ ਆਗੂ ਘਲਾਉਂਦੇ ਨੇ। ਬਹੁਤ ਸਾਰੇ ਸੰਘਰਸ਼ ਵੀ ਇਹਨਾਂ ਦੇ ਵੱਲੋਂ ਹਾਲਾਂਕਿ ਕੀਤੇ ਗਏ ਨੇ, ਕਿਸਾਨਾਂ ਦੀ ਆਵਾਜ਼ ਚੁੱਕਦੇ ਨੇ, ਪਰ ਇਹ ਆਪ ਖੁਦ ਤਾਂ ਇਕੱਠੇ ਨਹੀਂ ਹੁੰਦੇ। ਲੱਗਦਾ ਕਿਸਾਨਾਂ ਨੂੰ ਖਮਿਆਜ਼ਾ ਇਹਦਾ ਵੀ ਭੁਗਤਣਾ ਪੈਂਦਾ। ਇਹ ਜੀ ਬਿਲਕੁਲ ਇਕੱਠੇ ਹੋ ਜਾਣਗੇ ਜਦੋਂ ਮੋਦੀ ਸਾਹਿਬ ਪੰਜਾਬ 'ਚ ਦੌਰਾ ਕਰਨ ਆਉਣਗੇ, ਸਾਰੇ ਇਕੱਠੇ ਹੋ ਜਾਣਗੇ ਇੱਕਥੋਂ। ਕਿਸੇ ਵਿਚਾਲੇ ਜੇ ਰੱਖ ਲਓ ਦੌਰਾ, ਮੋਦੀ ਸਾਹਿਬ ਆਪ ਆਉਣ, ਸਾਰੀ ਗੱਲਬਾਤ ਕਰਨ ਜੱਟਾਂ ਦੇ ਨਾਲ ਵੀ ਹਾਂ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਫਿਰ ਸਾਡੇ ਮਨ ਦੀ ਬਾਤ ਪੂਰੀ ਹੋ ਜੂ। ਪਰ ਹੁਣ ਬਿੱਲ ਜਿਹੜਾ ਲੋਕ ਸਭਾ 'ਚ ਵੀ ਪਾਸ ਹੋ ਗਿਆ, ਰਾਜ ਸਭਾ 'ਚ ਵੀ ਪਾਸ ਹੋ ਗਿਆ, ਲਗਭਗ ਮੋਹਰ ਉਹਦੇ ਉੱਤੇ ਉਹਨਾਂ ਨੇ ਲਗਾ ਹੀ ਦਿੱਤੀ ਆ, ਜ਼ੋਰ ਪੂਰਾ ਲਾ ਦਿੱਤਾ ਬਿੱਲ ਪਾਸ ਕਰਨ ਨੂੰ। ਉਹ ਹੋ ਵੀ ਸ਼ਾਇਦ ਜਾਏਗਾ, ਮਾਫ ਕਰਨਾ, ਉਹ ਬਿੱਲ ਲੋਕ ਸਭਾ 'ਚ ਵੀ ਪਾਸ ਕਰ ਦਿੱਤਾ, ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ। ਹੁਣ ਅਗਲਾ ਰੌਂ ਕੀ ਰਹੂਗਾ ਕਿਸਾਨਾਂ ਦਾ? ਬਸ ਬਹਿ ਗਏ ਹੁਣ 2 ਦਿਨ ਦਾ ਧਰਨਾ ਦੇ ਕੇ, ਹੁਣ ਪਿੰਡਾਂ ਦੇ ਵਿੱਚ ਆ ਕੇ ਬਹਿ ਗਏ ਨੇ, 2 ਦਿਨ ਬੰਦ ਕਰਵਾਇਆ, ਰੇਲਾਂ ਰੋਕਤੀਆਂ, ਖਤਮ ਸੰਘਰਸ਼। ਇਸ ਤੋਂ ਬਾਅਦ ਲੱਗਦਾ ਵੀ ਕਿਸਾਨ ਕੋਈ ਅਗਲਾ ਰਾਹ ਵੀ ਹੈਗਾ ਕਿਸਾਨ ਦੇ ਕੋਲ? ਹੁਣ ਕੀ ਕਰੇਗਾ ਕਿਸਾਨ? ਹੁਣ ਤਾਂ ਜੀ ਮੋਦੀ ਸਾਹਿਬ ਨੂੰ ਉਡੀਕਦੇ ਆ ਵੀ ਪੰਜਾਬ ਦਾ ਦੌਰਾ ਕਰਕੇ ਜਾਵੇ,
ਸਾਰਾ ਉਹਨਾਂ ਨੂੰ ਦੁੱਖ ਸੁੱਖ ਦਾ ਪਤਾ ਲੱਗ ਜੇ ਲੋਕਾਂ ਦੇ ਦਾ। ਤਾਂ ਇਹ ਕਿਸਾਨਾਂ ਦੀ ਆਵਾਜ਼ ਹੈ, ਇਹ ਪਿੰਡ ਦੀ ਸੱਥ ਤੋਂ ਕਿਸਾਨਾਂ ਦੀ ਆਵਾਜ਼ ਹੈ। ਕਹਿੰਦੇ ਅਜੇ ਤੱਕ ਦਿੱਲੀ ਆਵਾਜ਼ ਗਈ ਨਹੀਂ ਹੈ, ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਦੇਖਣ ਕਿ ਅੱਜ ਕਿਸਾਨਾਂ ਦੀ ਹਾਲਤ ਕੀ ਹੈ, ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਨੇ, ਕਿਸਾਨ ਕਰਜ਼ੇ ਦੇ ਥੱਲੇ ਕਿਉਂ ਦੱਬਿਆ ਗਿਆ। ਕਹਿੰਦੇ ਇਹ ਜੋ ਬਿੱਲ ਪਾਸ ਕੀਤੇ ਗਏ ਨੇ ਇਹ ਕਿਸਾਨ ਮਾਰੂ ਨੇ, ਇਸ ਦੇ ਨਾਲ ਕਿਸਾਨ ਦਾ ਸਿਰਫ ਨੁਕਸਾਨ ਹੈ, ਫਾਇਦਾ ਕਿਤੇ ਵੀ ਨਹੀਂ। MSP ਵਧਾਉਣ ਦੇ ਕਹਿੰਦੇ ਦਾਅਵੇ ਉਹ ਸਿਰਫ ਖੋਖਲੇ ਨੇ, ਕਿਉਂਕਿ ਉਹ ਕੁਝ ਦਿਨਾਂ ਦੇ ਲਈ ਹੋਣਗੇ, ਉਸ ਤੋਂ ਬਾਅਦ ਉਹ ਵੀ ਖਤਮ ਹੋ ਜਾਣਗੇ ਔਰ ਵੱਡੇ ਘਰਾਣੇ ਪੰਜਾਬ ਦੇ ਕਿਸਾਨਾਂ ਨੂੰ ਆ ਕੇ ਲੁੱਟਣਗੇ। ਤੇ ਤੁਸੀਂ ਸਾਫ਼ ਤੌਰ ਦੇ ਉੱਤੇ ਇਹਨਾਂ ਕਿਸਾਨਾਂ ਦਾ ਗੁੱਸਾ, ਕਿਸਾਨਾਂ ਦਾ ਰੋਸ ਦੇਖਿਆ। ਇਹੀ ਕਿਸਾਨ ਪਿਛਲੇ 2-3 ਦਿਨਾਂ ਤੋਂ ਸੜਕਾਂ ਦੇ ਉੱਤੇ ਸੀਗੇ, ਰੇਲ ਟਰੈਕਾਂ ਦੇ ਉੱਤੇ ਸੀਗੇ ਤੇ ਅੱਜ ਇਹ ਕਿਸਾਨ ਸੱਥ ਦੇ ਵਿੱਚ ਵੀ ਇਹੀ ਚਰਚਾ ਕਰ ਰਹੇ ਨੇ ਵੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ ਉਹ ਕਿਸਾਨ ਮਾਰੂ ਨੇ। ਕਿਸਾਨ ਅੱਜ ਵੀ ਉਸ ਦਾ ਵਿਰੋਧ ਕਰਦਾ ਹੈ, ਪਰ ਦਿੱਲੀ ਤੱਕ ਕਹਿੰਦੇ ਬੇਸ਼ੱਕ ਕਿਸਾਨਾਂ ਨੇ ਰੌਲਾ ਪਾਇਆ ਪਰ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਗਈ ਨਹੀਂ ਹੈ। ਇਸ ਕਰਕੇ ਜੇਕਰ ਨਰਿੰਦਰ ਮੋਦੀ ਨੂੰ ਇਹ ਆਵਾਜ਼ ਨਹੀਂ ਸੁਣੀ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜੇ ਉਹਨਾਂ ਨੂੰ ਕਿਸਾਨਾਂ ਦਾ ਇਹ ਦਰਦ ਅਜੇ ਤੱਕ ਕਹਿੰਦੇ ਨਹੀਂ ਸੁਣਿਆ ਤਾਂ ਉਹ ਆ ਕੇ ਪੰਜਾਬ ਦੇ ਕਿਸਾਨਾਂ ਦਾ ਹਾਲ ਦੇਖ ਲੈਣ, ਉਹਨਾਂ ਦੇ ਕਾਰੋਬਾਰ ਦੇਖ ਲੈਣ, ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਜੋ ਫਸਲ ਨਿਕਲ ਕੇ ਆ ਰਹੀ ਆ ਉਹ ਦੇਖ ਲੈਣ। ਔਰ ਕਹਿੰਦੇ ਜੋ MSP ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਅਸਲ ਦੇ ਵਿੱਚ ਉਸ ਦੀ ਹਕੀਕਤ ਕੀ ਹੈ। ਮੱਕੀ ਦਾ 14-1500 ਰੁਪਇਆ MSP ਰੱਖਿਆ ਗਿਆ ਸਰਕਾਰ ਦੇ ਵੱਲੋਂ, ਵਿਕ 600 ਤੋਂ 700 ਰੁਪਏ ਨੂੰ ਦਈ ਹੈ। ਸੋ ਵੱਡੇ ਸਵਾਲ ਨੇ MSP ਨੂੰ ਲੈ ਕੇ ਇਹਨਾਂ ਕਿਸਾਨਾਂ ਦੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਲੰਮੇ, ਜਗਰਾਓਂ।